ਜਦੋਂ ਦੀ ਇਹ ਹਾਈ ਕੋਰਟ ਦੀ ਜੱਜਮੈਂਟ ਆਈ ਹੈ ਇਸ ਕੇਸ ਦੇ ਵਿੱਚ ਜਿਹਦੇ ਵਿੱਚ ਕੁਮਰ ਵਿਜੇ ਪ੍ਰਤਾਪ ਨੂੰ SIT ਚੋਂ ਹਟਾਇਆ ਗਿਆ ਤੇ ਇਨਵੈਸਟੀਗੇਸ਼ਨ ਸਾਰੀ ਕੁਆਸ਼ ਕਰਕੇ ਚਲਾਨ ਵੀ ਕੁਆਸ਼ ਕਰ ਦਿੱਤਾ ਗਿਆ। ਇਸ ਕੇਸ ਦੇ ਵਿੱਚ ਵੈਸੇ ਤਾਂ ਪਹਿਲੇ ਦਿਨੋਂ ਕਾਂਗਰਸ ਪਾਰਟੀ ਵੱਲੋਂ ਕੈਪਟਨ ਦੀ ਸਰਕਾਰ ਵੱਲੋਂ ਕੇਵਲ ਸਿਆਸਤ ਕੀਤੀ ਗਈ ਹੈ, ਨਿਆਂ ਵੱਲ ਜਾਣ ਦਾ, ਜਸਟਿਸ ਵੱਲ ਜਾਣ ਦਾ, ਮੁਜਰਮਾਂ ਨੂੰ ਫੜਨ ਦਾ ਕੋਈ ਯਤਨ ਨਹੀਂ ਕੀਤਾ ਗਿਆ ਇਹਨਾਂ ਵੱਲੋਂ। ਪਰ ਇਹ ਹਾਈ ਕੋਰਟ ਦੀ ਜੱਜਮੈਂਟ ਆਉਣ ਤੋਂ ਬਾਅਦ ਇਹ ਹੋਰ ਵੀ ਤੇਜ਼ ਇਹ ਸਿਆਸਤ ਇਹਨਾਂ ਨੇ ਕਰਤੀ ਹੈ, ਕਿਉਂਕਿ ਜੋ ਝੂਠ ਦਾ ਪਲੰਦਾ ਇਹਨਾਂ ਨੇ ਤਿਆਰ ਕੀਤਾ ਸੀ, ਜਿਹੜੇ ਕੰਮ ਦੀ ਨੀਂਹ ਝੂਠ ਤੇ ਰੱਖੀ ਗਈ ਸੀ, ਉਹ ਹਾਈ ਕੋਰਟ ਦੇ ਆਰਡਰ ਨੇ ਸਭ ਇਹਨਾਂ ਦਾ ਉਡਾ ਕੇ ਰੱਖਤਾ। ਅੱਜ ਦੋ ਮੇਨ ਇਸ਼ੂਜ਼ ਜਿਹੜੇ ਕੋਰਟ ਦਾ ਆਰਡਰ ਆਇਆ ਨਵਜੋਤ ਸਿੰਘ ਸਿੱਧੂ ਵੱਲੋਂ ਤੇ ਕੁਮਰ ਵਿਜੇ ਪ੍ਰਤਾਪ ਬਣ ਗਈ ਹੋਵੇ ਕਿ ਸਾਡੀ ਚੋਰੀ ਫੜੀ ਗਈ, ਸਾਡਾ ਝੂਠ ਦਾ ਪਲੰਦਾ ਬੇਨਕਾਬ ਹੋ ਗਿਆ, ਤੇ ਦੋਨੋਂ ਜਾਣੇ ਪ੍ਰੈਸ ਕਾਨਫਰੰਸਾਂ ਰਾਹੀਂ, ਸਿੱਧੂ ਪ੍ਰੈਸ ਕਾਨਫਰੰਸਾਂ ਰਾਹੀਂ ਤੇ ਕੁਮਰ ਵਿਜੇ ਪ੍ਰਤਾਪ ਚਿੱਠੀਆਂ ਰਾਹੀਂ ਲੋਕਾਂ ਨੂੰ ਫੇਰ ਇੱਕ ਵਾਰੀ ਭੰਬਲ ਭੂਸੇ 'ਚ ਪਾ ਕੇ, ਲੋਕਾਂ ਨੂੰ ਕਨਫਿਊਜ਼ ਕਰਕੇ, ਮਿਸਲੀਡਿੰਗ ਗੱਲਾਂ ਕਰਕੇ ਤੇ ਇਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ। ਮੈਂ ਉਹਨਾਂ ਤੇ ਕਲੈਰਿਟੀ ਲਿਆਉਣੀ ਚਾਹੁੰਦਾ, ਸਪਸ਼ਟਤਾ ਲਿਆਉਣੀ ਚਾਹੁੰਦਾ। ਦੇਖੋ, ਨਵਜੋਤ ਸਿੰਘ ਸਿੱਧੂ ਦੀਆਂ ਕਈ ਪ੍ਰੈਸ ਕਾਨਫਰੰਸਿਸ ਹੋਈਆਂ ਜਿਹਦੇ 'ਚ ਕੇਵਲ ਤੇ ਕੇਵਲ ਡਰਾਮਾ, ਨਾਟਕਕਾਰ ਤਾਂ ਵੱਡਾ ਹੈ ਹੀ, ਤੇ ਜੇ ਮੈਂ ਉਹਦੇ ਹੀ ਲਫ਼ਜ਼ ਵਰਤਾਂ, ਮੂੰਹ ਦਾ ਜਲਾਬ ਵੀ ਹੈ ਉਹਨੂੰ। ਸਿੱਖ ਧਰਮ ਨਾਲ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ, ਇੱਕ ਪੈਸੇ ਦਾ ਲਗਾਵ ਨਹੀਂ ਉਹਨੂੰ, ਨਾ ਉਹਦਾ ਵਿਸ਼ਵਾਸ ਹੈ, ਨਾ ਉਹਦੀ ਸ਼ਰਧਾ ਹੈ। ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕੇਸ ਤੇ ਸਿਆਸਤ ਕਰੇ, ਉਹਨੂੰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਇਹ ਸਿੱਖ ਧਰਮ ਦੇ ਵਿੱਚ ਵਿਸ਼ਵਾਸ ਰੱਖਦਾ? ਦੋ ਗੱਲਾਂ ਵੱਡੀਆਂ ਨਵਜੋਤ ਸਿੰਘ ਸਿੱਧੂ ਨੇ ਪ੍ਰੈਸ ਕਾਨਫਰੰਸ 'ਚ ਵਾਰੀ-ਵਾਰੀ ਕਰ ਰਿਹਾ, ਜਿਹੜੀਆਂ ਗੱਲਾਂ ਮੈਂ ਅੱਜ ਡਾਕੂਮੈਂਟਸ ਰਾਹੀਂ ਤੁਹਾਡੇ ਸਾਹਮਣੇ ਸਪਸ਼ਟ ਕਰਨੀ ਚਾਹੁੰਦਾ। ਸਭ ਤੋਂ ਪਹਿਲੀ ਗੱਲ ਉਹਨੇ ਕੀਤੀ, ਬੜਾ ਡਰਾਮੈਟਿਕ ਲਿਹਾਜ਼ ਦੇ ਵਿੱਚ ਨਾਟਕ ਕਰਕੇ, ਜਿਵੇਂ ਨਾਟਕਕਾਰ ਤਾਂ ਹੈ ਹੀ, ਟੈਲੀਵਿਜ਼ਨ ਪਰਸਨੈਲਿਟੀ ਹੈ, ਕਿ ਕਹਿੰਦਾ ਜਦੋਂ ਇਹ ਦੁਖਦਾਈ ਘਟਨਾ ਹੋਈ ਤੇ ਪਰਚਾ ਹੋਇਆ ਬਾਜੇਖਾਨੇ ਥਾਣੇ 'ਚ ਬਾਈਬਲ ਫਾਇਰਿੰਗ ਵਾਲਾ, ਤੇ ਸ਼੍ਰੋਮਣੀ ਅਕਾਲੀ ਦਲ ਨੇ ਅਣਪਛਾਤੀ ਪੁਲਿਸ ਤੇ ਪਰਚਾ ਦਿੱਤਾ। ਤੇ ਨਾਟਕ ਵੇਖੋ ਕਰਦਾ, ਕਹਿੰਦਾ ਕਦੇ ਪੁਲਿਸ ਵੀ ਅਣਪਛਾਤੀ ਹੁੰਦੀ ਹੈ? ਦੱਸੋ ਮੈਨੂੰ, ਕਦੇ ਪੁਲਿਸ ਵੀ ਅਣਪਛਾਤੀ ਹੁੰਦੀ ਹੈ? ਮੈਂ ਸਿੱਧੂ ਸਾਹਿਬ ਤੁਹਾਨੂੰ ਦੱਸਣਾ ਚਾਹੁੰਦਾ, ਬਿਲਕੁਲ ਪੁਲਿਸ ਅਣਪਛਾਤੀ ਨਹੀਂ ਹੁੰਦੀ। ਮੈਂ ਸਹਿਮਤ ਹਾਂ ਇਸ ਗੱਲ ਨਾਲ। ਮੈਂ FIRਾਂ ਲੈ ਕੇ ਆਇਆ, ਬਾਈਬਲ ਕਲਾਂ ਜਿਹੜਾ ਕੇਸ ਹੋਇਆ ਸੀ, ਮੇਰੇ ਕੋਲੇ FIR ਦੀ ਕਾਪੀ ਹੈ, ਮੈਂ ਹਾਈਲਾਈਟ ਵੀ ਕੀਤਾ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਬਾਈ ਨੇਮ ਜਿੰਨੇ ਪੁਲਿਸ ਅਫਸਰ ਉੱਥੇ ਮੌਜੂਦ ਸੀ 302 ਦਾ ਪਰਚਾ ਦੇ ਕੇ ਉਹ ਪੁਲਿਸ ਅਫਸਰਾਂ ਦੇ ਨਾਂ FIR ਦੇ ਵਿੱਚ ਸ਼ਾਮਲ ਹੋਏ ਆ। ਮੈਂ ਤੁਹਾਨੂੰ ਨਾਂ ਪੜ੍ਹ ਦਿਆਂ। ਚਰਨਜੀਤ ਸਿੰਘ ਸ਼ਰਮਾ ਸੀ FIR, ਇਹਦੇ ਚ ਨਾਂ ਹੈ, ਸੌਰੀ, ਚਰਨਜੀਤ ਸ਼ਰਮਾ, ਉਸ ਵੇਲੇ SSP ਮੋਗਾ, ਉਹਦਾ ਰੀਡਰ ਪ੍ਰਦੀਪ ਸਿੰਘ, ਪੁਲਿਸ ਕਪਤਾਨ ਇਨਵੈਸਟੀਗੇਸ਼ਨ ਫਾਜ਼ਿਲਕਾ ਬਿਕਰਮਜੀਤ, ਉਪ ਕਪਤਾਨ ਪੁਲਿਸ ਜਲਾਲਾਬਾਦ ਹਰਜਿੰਦਰ ਸਿੰਘ, ADCP ਲੁਧਿਆਣਾ ਵੈਸਟ ਪਰਮਜੀਤ ਪੰਨੂ, ਉਪ ਕਪਤਾਨ ਸਾਹਨੇਵਾਲ ਤੇਜਵੀਰ, ਇੰਸਪੈਕਟਰ ਹਰਪਾਲ ਸਿੰਘ ਗਰੇਵਾਲ, ਇੰਸਪੈਕਟਰ ਮਨਿੰਦਰ ਬੇਦੀ, ਇੰਸਪੈਕਟਰ ਸੰਦੀਪ ਵਡੇਰਾ, ਇੰਸਪੈਕਟਰ ਦਲਬੀਰ ਸਿੰਘ ਸਮੇਤ ਫੋਰਸ ਜਿਹੜੀ ਮੌਕੇ ਤੇ ਹਾਜ਼ਰ ਸੀ। ਤੇ 302 ਦੇ ਵਿੱਚ ਪਰਚਾ ਹੋਇਆ ਹੈ। ਤੇ ਮੈਂ ਸਿੱਧੂ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ ਕਿ FIR ਅਣਪਛਾਤਿਆਂ ਤੇ ਹੋਈ। FIR ਤਾਂ ਬਾਈ ਨੇਮ ਹੋਈ, ਸਭ ਦੇ ਨਾਂ ਵਿੱਚ ਪਾਏ ਗਏ। ਅਣਪਛਾਤੇ ਕਿਵੇਂ ਹੋਏ? ਇਹ ਅਣਪਛਾਤੇ ਕੀਤੇ ਤੁਹਾਡੀ ਪੁਲਿਸ ਨੇ, ਤੁਹਾਡੀ ਸਰਕਾਰ ਨੇ। ਸਰ ਇੱਕ ਲੋਕਾਂ ਇਹ FIR ਨੰਬਰ ਕਿੰਨੀ ਹੈਗੀ ਜਿਹਦੇ ਵਿੱਚ ਇਹਨਾਂ ਨਾਮ 129 130 ਬਾਈਬਲ ਕਲਾਂ ਦੀ 129 130 ਡੇਟਡ 14/10/2015 ਤੇ 21/10/2015 ਦੋ FIRs ਤੇ ਇਕਬਾਲਪ੍ਰੀਤ ਸਿੰਘ ਸੋਤਾ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ADGP ਦੇ ਬਿਆਨਾਂ ਤੇ ਹੋਈ ਹੈ ਇਹ। ਮੈਂ ਇਹਨਾਂ ਨੂੰ ਇਹ ਵੀ ਦੱਸਣਾ ਚਾਹੁੰਦਾ। ਹੁਣ ਅਣਪਛਾਤੀ ਕਿਵੇਂ ਹੋਈ? ਅਣਪਛਾਤੀ ਕੀਤੀ ਕਾਂਗਰਸ ਦੀ ਸਰਕਾਰ ਨੇ। ਮੇਰਾ ਇੱਕ ਸਿੱਧੂ ਨੂੰ ਸਵਾਲ ਹੈ ਹੁਣ ਡਾਇਰੈਕਟ,
ਹਿੰਮਤ ਹੈ, ਹੌਸਲਾ ਹੈ ਤਾਂ ਜਵਾਬ ਦੇਵੇ। ਮੈਂ ਸਿੱਧੂ ਨੂੰ ਪੁੱਛਣਾ ਚਾਹੁੰਦਾ ਆ 10 ਬੰਦੇ ਪੁਲਿਸ ਅਫਸਰ ਬਾਈ ਨੇਮ ਤੇ ਨਾਲ ਉਹਨਾਂ ਦੇ ਜਿਹੜੀ ਫੋਰਸ ਸੀ ਉਹਨਾਂ ਨੂੰ ਬਾਈ ਨੇਮ ਸ਼ਾਮਲ ਕਰ ਦਿੱਤਾ ਗਿਆ, ਤੇ ਜਦੋਂ ਚਲਾਨ ਪੇਸ਼ ਹੁੰਦਾ ਹੈ ਉਦੋਂ ਇਹਦੇ ਵਿੱਚੋਂ 7 ਬੰਦੇ ਕਿਵੇਂ ਕੱਢ ਦਿੱਤੇ ਜਾਂਦੇ? ਕੋਈ ਇਨਵੈਸਟੀਗੇਸ਼ਨ ਨਹੀਂ, ਕੋਈ ਤਫਤੀਸ਼ ਨਹੀਂ, ਕੋਈ ਕਿਸੇ ਦੇ ਬਿਆਨ ਨਹੀਂ, ਤੇ ਇਹ ਬੰਦੇ ਕੱਢ ਕੇ ਤੇ ਚਲਾਨ ਦਿੱਤਾ ਜਾਂਦਾ ਹੈ 3 ਬੰਦਿਆਂ ਦੇ ਖਿਲਾਫ। ਚਰਨਜੀਤ ਦੇ ਖਿਲਾਫ ਪ੍ਰਦੀਪ ਰੀਡਰ ਜਿਹੜਾ ਉਹਨੂੰ ਮੁੱਖ ਦੋਸ਼ੀ ਨੂੰ ਅਪਰੂਵਰ ਬਣਾ ਲੈਂਦੇ ਆ। ਇਹ ਵੀ ਪਹਿਲੀ ਵਾਰੀ ਇਤਿਹਾਸ 'ਚ ਕੰਮ ਹੋਇਆ, ਕਦੇ ਮੁੱਖ ਦੋਸ਼ੀ ਅਪਰੂਵਰ ਨਹੀਂ ਬਣਦਾ, ਇਹਨਾਂ ਨੇ ਪ੍ਰਦੀਪ ਨੂੰ ਅਪਰੂਵਰ ਬਣਾ ਲਿਆ। ਚਰਨਜੀਤ ਸ਼ਰਮੇ ਦੇ ਖਿਲਾਫ ਦੇਤਾ ਤੇ ਬਿਕਰਮਜੀਤ ਦੇ ਖਿਲਾਫ ਦੇਤਾ, ਤੇ ਬਾਕੀ 7 ਕਿਉਂ ਛੱਡਤੇ ਜੀ? ਮੈਂ ਸਵਾਲ ਪੁੱਛਦਾ ਹੈ ਕਿ ਬਾਕੀ 7 ਕਿਉਂ ਛੱਡਤੇ ਸਿੱਧੂ ਸਾਹਿਬ, ਤੁਹਾਡੀ ਸਰਕਾਰ ਨੇ? ਮੈਂ ਜਵਾਬ ਦੇ ਦਿੰਦਾ ਕਿਉਂ ਛੱਡਤੇ। ਕਿਉਂਕਿ 2 ਵੱਡੇ ਅਫਸਰ ਉਹਦੇ ਚੋਂ ਡੀਐਸਪੀ ਜਲਾਲਾਬਾਦ ਹਰਜਿੰਦਰ ਤੇ ਏਡੀਸੀਪੀ ਲੁਧਿਆਣਾ ਵੈਸਟ ਪਰਮਜੀਤ ਪੰਨੂ, ਇਹਨਾਂ ਦੀ ਤ੍ਰਿਪਤ ਰਜਿੰਦਰ ਬਾਜਵੇ ਨਾਲ ਨੇੜਤਾ ਸੀ। ਜਦੋਂ ਇਹ 2 ਅਫਸਰ ਛੱਡਤੇ ਤੇ ਜਿਹੜੀ ਸੁਭਾਵਕ ਹੈ ਇਹਨਾਂ ਦੇ ਨਾਲ ਜਿਹੜੀ ਪੁਲਿਸ ਆਈ ਸੀ, ਜਿਹੜੇ ਇੰਸਪੈਕਟਰ ਸੀ, ਉਹ ਤਾਂ ਛੱਡਣੇ ਹੀ ਪੈਣੇ ਸੀ। ਜਦੋਂ ਅਫਸਰ ਮੌਕੇ ਤੋਂ ਛੱਡਤਾ ਤੇ ਥੱਲੜੀ ਪੁਲਿਸ ਨੂੰ ਤੁਸੀਂ ਕਿਵੇਂ ਨੋਮੀਨੇਟ ਕਰੋਗੇ? ਹੁਣ ਇਹਨਾਂ ਦੀ ਨੇੜਤਾ ਕਿਵੇਂ ਹੈ ਇਹ ਵੀ ਮੈਂ ਦੱਸ ਦਿਆਂ। ਹਰਜਿੰਦਰ ਸਿੰਘ ਤੇ ਪਰਮਜੀਤ ਪੰਨੂ ਸਾਡੂ ਹੈ, ਪਹਿਲਾਂ ਤਾਂ ਮੈਂ ਇਹ ਸਪਸ਼ਟ ਕਰ ਦਿਆਂ ਤੁਹਾਨੂੰ। ਕਿਹਦੇ ਸਾਡੂ ਹੈ? ਬਲਵਿੰਦਰ ਸਿੰਘ ਪੰਨੂ ਕੋਟਲਾ ਬਹਿਮਾ ਚੇਅਰਮੈਨ ਰਿਹਾ ਤ੍ਰਿਪਤ ਰਜਿੰਦਰ ਦੇ ਹਲਕੇ ਦੇ ਵਿੱਚ, ਤ੍ਰਿਪਤ ਰਜਿੰਦਰ ਦੀ ਸੱਜੀ ਬਾਂਹ ਹੈ, ਤੇ ਸਕਾ ਭਰਾ ਹੈ ਅਵਤਾਰ ਸਿੰਘ ਪੰਨੂ 2020 ਵਾਲੇ ਦਾ। ਅਵਤਾਰ ਸਿੰਘ ਪੰਨੂ 2020 ਵਾਲਾ ਜਿਹੜਾ ਉਹਦਾ ਸਕਾ ਭਰਾ ਬਲਵਿੰਦਰ ਸਿੰਘ ਪੰਨੂ, ਉਹਦੇ ਸਾਡੂ ਹੈ ਇਹ ਦੋਵੇਂ। ਇਹ ਤ੍ਰਿਪਤ ਰਜਿੰਦਰ ਸਿੰਘ ਨੂੰ ਸਵਾਲ ਪੁੱਛ ਨਵਜੋਤ ਸਿੰਘ ਸਿੱਧੂ ਕਿ ਇਹ ਬੰਦੇ ਜਿਨ੍ਹਾਂ ਦੇ ਨਾਂ FIR ਸੀ ਇਹਨਾਂ ਦੇ ਨਾਂ ਚਲਾਨ 'ਚ ਕਿਉਂ ਨਹੀਂ ਆਏ? ਇਹ ਮੈਂ ਸਵਾਲ ਪੁੱਛਦਾ ਨਵਜੋਤ ਸਿੰਘ ਸਿੱਧੂ ਨੂੰ, ਹਿੰਮਤ ਹੈ? ਸਵਾਲ ਕਰ ਉਹਨੂੰ ਜਾ ਕੇ। ਇਹ ਗੱਲ ਮੇਰੇ ਤੇ ਵੀ ਨਾ ਜਾਇਓ ਇਕੱਲੇ ਤੇ। ਇਹੀ ਗੱਲ ਜਿਹੜੀ ਮੈਂ ਹੁਣ ਕਹੀ ਹੈ, ਇਹੀ ਗੱਲ ਕ੍ਰਿਸ਼ਨ ਭਗਵਾਨ ਸਿੰਘ ਜੀ ਦੀ ਮੌਤ ਹੋਈ ਸੀ ਬਾਈਬਲ ਫਾਇਰਿੰਗ 'ਚ, ਉਹਦੇ ਸਕੇ ਭਰਾ ਰੇਸ਼ਮ ਸਿੰਘ ਨੇ ਜਿਹੜਾ ਕੇਸ ਝਗੜ ਰਿਹਾ ਇੱਥੇ, ਇਹ ਉਹਨੇ ਵੀ ਮੀਡੀਆ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਇਹੀ ਗੱਲ ਕਹੀ ਹੈ ਕਿ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੋਸ਼ੀ ਪੁਲਿਸ ਅਫਸਰਾਂ ਨੂੰ ਬਚਾ ਰਿਹਾ। ਤੇ ਸਿੱਧੂ ਕੋਲੇ ਹੈ ਇਸ ਗੱਲ ਦਾ ਜਵਾਬ? ਟੈਲੀਵਿਜ਼ਨ ਤੇ ਬਹਿ ਕੇ ਨਾਟਕ ਕਰਨੇ ਬੜੇ ਸੌਖੇ ਆ, ਗੱਲ ਜਵਾਬ ਦੇਵੇ ਜਿਹੜੇ ਲੋਕ ਪੁੱਛਦੇ ਆ। ਦੂਜੀ ਗੱਲ, ਜਦੋਂ ਇਹ ਕੇਸ ਗਿਆ ਹਾਈ ਕੋਰਟ ਨੇ ਇੱਕ ਸਵਾਲ ਪੁੱਛਿਆ ਕਿ ਇਸ ਇਨਵੈਸਟੀਗੇਸ਼ਨ 'ਚ ਜਿਮਨੀਆਂ ਕਿੰਨੀਆਂ ਲਿਖੀਆਂ ਤੁਸੀਂ? ਉਹ ਕਹਿੰਦੇ ਜੀ 150 ਜਿਮਨੀਆਂ ਲਿਖੀਆਂ, ਸਰਕਾਰ ਦਾ ਵਕੀਲ ਕਹਿੰਦਾ। ਹਾਈ ਕੋਰਟ ਕਹਿੰਦੀ ਜੀ ਕਿੰਨੀਆਂ ਜਿਮਨੀਆਂ ਇਹੋ ਜਿਹੀਆਂ ਹੈ ਜਿਹਦੇ ਤੇ ਕੁੰਵਰ ਵਿਜੇ ਪ੍ਰਤਾਪ ਦੇ ਨਾਲ ਕਿਸੇ ਹੋਰ ਸਿੱਟ ਮੈਂਬਰ ਦੇ ਵੀ ਦਸਤਖਤ ਹੈ? ਉਹ ਕਹਿੰਦੇ ਜੀ ਕੇਵਲ 27। 150 ਚੋਂ ਕੇਵਲ 27, 123 ਜਿਮਨੀਆਂ ਇਹੋ ਜਿਹੀਆਂ ਜਿਹਦੇ ਤੇ ਸਿੱਟ ਦੇ ਮੈਂਬਰਾਂ ਨੇ ਇਹਨਾਂ ਦੇ ਪੋਲੀਟੀਕਲ ਏਜੰਡੇ ਤੇ ਦਸਤਖਤ ਕਰਨ ਤੋਂ ਇਨਕਾਰੀ ਕਰਤੀ। ਤੇ ਜਿਹੜਾ ਰਣਜੀਤ ਸਿੰਘ ਕਮਿਸ਼ਨ ਵੀ ਇਹਨਾਂ ਨੇ ਬਣਾਇਆ, ਇਹ ਵੀ ਮੈਟਰ ਆਫ ਰਿਕਾਰਡ ਹੈ। ਤੁਸੀਂ ਇਹ ਵੇਖੋ, ਹਾਸੋ ਹੋਈ ਨਹੀਂ ਗੱਲ। ਰਣਜੀਤ ਸਿੰਘ ਕਮਿਸ਼ਨ ਬਣਦਾ 14 ਅਪ੍ਰੈਲ 2017 ਨੂੰ, ਆ ਨੋਟੀਫਿਕੇਸ਼ਨ ਹੈ। ਤੇ ਰਣਜੀਤ ਸਿੰਘ ਜੀ ਆਪ ਕੀ ਲਿਖਦੇ ਆਪਦੀ ਇਨਵੈਸਟੀਗੇਸ਼ਨ 'ਚ ਕਿ ਮੈਂ ਤਾਂ 17 ਮਾਰਚ 2017 ਨੂੰ ਆਪ ਦਾ ਸਟਾਫ ਅਰੇਂਜ ਕਰਕੇ ਮੈਂ ਤਾਂ ਇਨਵੈਸਟੀਗੇਸ਼ਨ ਵੀ ਸ਼ੁਰੂ ਕਰਤੀ ਸੀ। ਯਾਰ ਬਣਾਇਆ ਹੈ ਨਹੀਂ ਕਮਿਸ਼ਨ, ਤੈਨੂੰ ਅਪਾਇੰਟ ਨਹੀਂ ਕੀਤਾ, ਤੈਨੂੰ ਅਪ੍ਰੈਲ 'ਚ ਕਰ ਰਿਹਾ, ਤੂੰ ਮਾਰਚ 'ਚ ਹੀ ਕਹੀ ਜਾਂਦਾ ਕਿ ਮੈਂ ਇਨਵੈਸਟੀਗੇਸ਼ਨ ਸ਼ੁਰੂ ਕਰਤੀ। ਮਤਲਬ ਇੱਥੋਂ ਤੱਕ ਮੈਚ ਫਿਕਸਿੰਗ ਸੀ। ਸੋ ਮੈਂ ਬੇਨਤੀ ਕਰਦਾ, ਮੈਂ ਲੋਕਾਂ ਸਾਹਮਣੇ ਇਹ ਗੱਲ ਰੱਖਣੀ ਚਾਹੁੰਦਾ ਕਿ ਇਹ ਟੋਟਲ ਪੋਲੀਟੀਕਲੀ ਮੋਟੀਵੇਟਡ ਏਜੰਡਾ ਡਰਿਵਨ ਪੋਲੀਟੀਕਲ ਏਜੰਡੇ ਤਹਿਤ ਜਿਹੜੀ ਇਹ ਗੇਮ ਚੱਲ ਰਹੀ ਹੈ, ਇਹਨਾਂ ਤੋਂ ਬਚਣ ਦੀ ਲੋੜ ਹੈ। ਮੈਂ ਅੱਜ ਫੇਰ ਇਹੀ ਗੱਲ ਕਹਿਣਾ ਕਿ ਸੁਪਰੀਮ ਕੋਰਟ ਦੇ ਸਿਟਿੰਗ ਜੱਜ ਨੂੰ ਸਰਕਾਰ ਲਿਖ ਕੇ ਭੇਜੇ ਕਿ ਇਹ ਇਨਵੈਸਟੀਗੇਸ਼ਨ ਸੁਪਰੀਮ ਕੋਰਟ ਦਾ ਜੱਜ ਕਰਵਾਵੇ ਜਾਂ ਸੁਪਰੀਮ ਕੋਰਟ ਦੇ ਜੱਜ ਦੀ ਦੇਖ-ਰੇਖ ਹੇਠ ਹੋਵੇ। ਇਹ ਸਰਕਾਰ ਨੂੰ ਆਪੱਤੀ ਕੀ ਹੈ ਜੇ ਪਹਿਲਾਂ ਇਹ ਡਿਮਾਂਡ ਕੀਤੀ? ਤੇ ਇਹ ਜਿਹੜਾ ਪੋਲਿਟਿਕਸ ਹੈ, ਹੁਣ ਜੇ ਕੁੰਵਰ ਵਿਜੇ ਪ੍ਰਤਾਪ ਨੇ ਅਸਤੀਫਾ ਦਿੱਤਾ ਹੈ, ਇਹ ਪਹਿਲੀ ਵਾਰੀ ਨਹੀਂ। ਮੈਂ ਤੁਹਾਨੂੰ ਇੱਕ ਹੋਰ ਦੱਸ ਦਿਆਂ, ਕੱਲੇ ਇਸ ਜੱਜ ਸਾਹਿਬ ਨੇ ਨਹੀਂ ਇਹਨੂੰ ਲਾਇਆ। ਇਹ ਜਿਹੜਾ ਦੂਸਰਾ ਕੇਸ ਚੱਲ ਰਿਹਾ, ਉਹ ਸਰਦਾਰ ਅਨਮੋਲ ਰਤਨ ਸਿੰਘ ਸਿੱਧੂ ਸਾਹਿਬ ਜਿਹੜੇ ਹਾਈ ਕੋਰਟ ਦੇ ਜੱਜ ਸਾਹਿਬ ਨੇ, ਇਹ ਉਹਨਾਂ ਦੀ ਉਹਦੇ ਅਦਾਲਤ 'ਚ ਚੱਲ ਰਿਹਾ। ਮੇਰੇ ਕੋਲੇ ਉਹਨਾਂ ਦਾ ਵੀ ਆਰਡਰ ਹੈ ਇੱਥੇ, ਜਿਹਦੇ 'ਚ ਉਹਨਾਂ ਨੇ ਵੀ ਸਰਕਾਰ। ਸੋ ਕੱਲੇ ਇਸ ਜੱਜ ਸਾਹਿਬ ਨੇ ਨਹੀਂ,
ਜਿਹੜੇ ਦੂਜੇ ਕੇਸ 'ਚ ਉਹਦੇ 'ਚ ਵੀ ਸਰਕਾਰ ਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਇਹਨੂੰ ਬਦਲਣ ਨੂੰ ਤਿਆਰ ਹੋ ਕਿ ਨਹੀਂ ਹੋ। ਸਰਕਾਰ ਕਹਿੰਦੀ ਹੈ ਅਸੀਂ ਤਾਂ ਇਨਵੈਸਟੀਗੇਸ਼ਨ ਇੱਕੋ ਅਫਸਰ ਤੋਂ ਕਰਾਉਣੀ ਹੈ। ਤੇ ਸਿੱਧੂ ਜਿਹੜਾ ਸੁਰਿੰਦਰ ਬਾਜਵੇ ਨੂੰ ਕਿਉਂ ਪੁਲਿਸ ਅਫਸਰ ਜਿਹੜੇ FIR ਦੇ ਵਿੱਚ ਨਾਮਜ਼ਦ ਸੀ ਉਹਨਾਂ ਦੇ ਖਿਲਾਫ ਚਲਾਨ ਕਿਉਂ ਨਹੀਂ ਦਿੱਤਾ ਗਿਆ? ਪੁੱਛ ਜਾ ਕੇ ਕ੍ਰਿਸ਼ਨ ਭਗਵਾਨ ਦੇ ਭਰਾ ਨੂੰ, ਤੈਨੂੰ ਸੱਚਾਈ ਦੱਸੂਗਾ। ਪੁੱਛ ਜਾ ਕੇ ਬੀਬੀ ਜਸਵੀਰ ਕੌਰ ਨੂੰ। ਮੁੱਖ ਗਵਾਹ ਸੁਰਜੀਤ ਸਿੰਘ ਜਿਹਨੂੰ ਇੰਨਾ ਤੰਗ ਪਰੇਸ਼ਾਨ ਕੀਤਾ, ਇਹ ਮੇਰੇ ਬੋਲ ਨਹੀਂ, ਇਹ ਉਸ ਪਰਿਵਾਰ ਦੇ ਬੋਲ ਹੈ। ਗੁਰਪ੍ਰੀਤ ਸਿੰਘ ਕਾਂਗੜ ਨੇ ਤੇ ਕੁਸ਼ਲਦੀਪ ਸਿੰਘ ਢਿੱਲੋਂ ਨੇ ਇੰਨਾ ਤੰਗ ਪਰੇਸ਼ਾਨ ਕੀਤਾ ਕਿ ਉਹ ਬੰਦੇ ਦੀ ਜਾਨ ਚਲੀ ਗਈ ਤੇ ਉਹਨਾਂ ਨੂੰ ਇਨਸਾਫ ਨਹੀਂ ਦਿੱਤਾ। ਉਹ ਬੀਬੀ ਤਾਂ ਵਿਧਾਨ ਸਭਾ ਤੱਕ ਜਾਇਆ ਹੀ, ਸਾਰ ਲਈ ਨਵਜੋਤ ਸਿੰਘ ਸਿੱਧੂ ਨੇ ਉਹਨਾਂ ਦੀ। 7:30 ਵਜੇ ਆ ਕੇ ਤੜਕੇ ਬਹਿਬਲ ਖੁਰਦ ਜਾ ਕੇ ਮੱਥਾ ਟੇਕ ਕੇ ਤੁਰ ਗਿਆ। ਇਹਨਾਂ ਪਰਿਵਾਰਾਂ ਨੂੰ ਵੀ ਮਿਲ ਜਾਂਦਾ। ਸੋ ਇਹ ਸਿਆਸਤ ਜਿਹੜੀ ਹੈ ਇਹ ਬੰਦ ਕਰਨੀ ਪਊਗੀ। ਇੱਥੇ ਸੁਪਰੀਮ ਕੋਰਟ ਦੇ ਜੱਜ ਸਾਹਿਬ ਜਾਂਚ ਕਰਨ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਵੇ ਤੇ ਇਹ ਕਾਂਗਰਸ ਐਕਸਪੋਜ਼ ਹੋਊਗੀ। ਕਿਉਂਕਿ ਇਹ ਜਿਹੜੀ ਸਾਜ਼ਿਸ਼ ਹੈ, ਹਮੇਸ਼ਾ ਕਾਂਗਰਸ ਪਾਰਟੀ ਨੇ ਪੰਥ ਨੂੰ, ਸ਼੍ਰੋਮਣੀ ਅਕਾਲੀ ਦਲ ਨੂੰ ਤੇ ਸਿੱਖ ਕੌਮ ਨੂੰ ਢਾਹ ਲਾਉਣ ਵਾਸਤੇ, ਕਮਜ਼ੋਰ ਕਰਨ ਵਾਸਤੇ ਇਹੋ ਜਿਹੇ ਛੜਯੰਤਰ ਰਚੇ ਹੈ। ਇਹਦੇ ਵਿੱਚ ਵੀ ਜਦੋਂ ਇਨਵੈਸਟੀਗੇਸ਼ਨ ਸਹੀ ਹੋਈ, ਕਾਂਗਰਸ ਪਾਰਟੀ ਦਾ ਹੱਥ ਆਊਗਾ। ਅੱਜ ਮੈਂ ਦਾਅਵੇ ਨਾਲ ਕਹਿ ਸਕਦਾ, ਰਾਹੁਲ ਗਾਂਧੀ, ਸੋਨੀਆ ਗਾਂਧੀ ਦੇ ਘਰਾਂ 'ਚੋਂ ਇਹ ਸਾਜ਼ਿਸ਼ਾਂ ਹੋਈਆਂ, ਉਹਨਾਂ ਦੇ ਆਰਡਰਾਂ ਤਹਿਤ ਹੋਈਆਂ ਤੇ ਥੱਲੇ ਜਿਹੜੇ ਪਿਆਦੇ ਆ ਸਾਰੇ ਜਾਖੜ ਵਰਗੇ, ਕੈਪਟਨ ਵਰਗੇ, ਸਿੱਧੂ ਵਰਗੇ, ਇਹਨਾਂ ਨੇ ਇੱਥੇ ਆਪਦਾ ਜੋ ਉਹਨਾਂ ਨੇ ਕਿਹਾ ਉਹ ਰੋਲ ਅਦਾ ਕੀਤਾ। ਕੋਈ ਸਵਾਲ ਜੀ? ਜਿਹੜੀ ਟੀਮ ਹੁੰਦੀ ਆ ਉਹ 5 ਮੈਂਬਰਾਂ ਦੀ ਸੀਗੀ। ਓਰਲੀ ਜੋ ਹਾਈ ਕੋਰਟ ਦੇ ਜੱਜ ਸਾਹਿਬ ਨੇ ਕੋਰਟ ਦੇ ਵਿੱਚ ਕਿਹਾ, ਮੈਂ ਐਗਜ਼ੈਕਟ ਲਫ਼ਜ਼ ਬੋਲ ਰਿਹਾ, ਕੋਰਟ ਮੈਂ ਕਰ ਰਿਹਾ ਕਿ ਦਿਸ ਇਜ਼ ਅ ਵੈਰੀ ਡੇਂਜਰਸ ਮਿਕਸ ਆਫ ਰਿਲੀਜਨ ਐਂਡ ਪੋਲਿਟਿਕਸ, ਵੈਰੀ ਡੇਂਜਰਸ ਕਾਕਟੇਲ ਆਫ ਰਿਲੀਜਨ ਐਂਡ ਪੋਲਿਟਿਕਸ, ਕਿ ਤੁਸੀਂ ਧਰਮ ਦੀ ਤੇ ਸਿਆਸਤ ਦੀ ਬੜੀ ਖਤਰਨਾਕ ਇੱਕ ਕਾਕਟੇਲ ਬਣਾ ਰਹੇ ਹੋ। ਇਸ ਗੱਲ ਤੋਂ ਗੁਰੇਜ਼ ਕਰ ਲਓ। ਸੋ ਜਿਹੜੇ ਸਿੱਟ ਦੇ ਮੈਂਬਰ ਹੈ ਉਹਨਾਂ ਨੇ ਲਿਖ ਕੇ ਭੇਜਤਾ, ਕੋਈ ਇਹਦੇ ਨਾਲ ਇਨਵੈਸਟੀਗੇਸ਼ਨ ਕਰਨ ਨੂੰ ਤਿਆਰ ਨਹੀਂ। ਹਜੇ ਕੋਈ ਸ਼ੱਕ ਆ ਆਪਾਂ ਨੂੰ ਕਿ ਇਹਦੇ 'ਚ ਪੋਲਿਟਿਕਸ ਹੋਈ ਹੈ ਕਿ ਨਹੀਂ ਹੋਈ। ਤੇ ਜਿਵੇਂ ਇਹਨਾਂ ਦੀ ਪ੍ਰੋਟੈਕਸ਼ਨ, ਇੱਕ ਸਵਾਲ ਹੋਰ ਆਉਂਦਾ, ਉਹ ਤੁਹਾਡੇ ਚੋਂ ਕਿਸੇ ਨੇ ਪੁੱਛਿਆ ਨਹੀਂ ਪਰ ਮੈਂ ਉਹ ਜਵਾਬ ਦੇਣਾ ਚਾਹੁੰਦਾ। ਇਹ ਆਮ ਆਦਮੀ ਪਾਰਟੀ ਵਾਲੇ ਰੋਜ਼ ਰੌਲਾ ਪਾ ਲੈਂਦੇ ਆ ਕਿ ਕੈਪਟਨ ਹੈ ਨਾ ਜਿਹੜਾ, ਇਹ ਤੁਸੀਂ ਪੁੱਛ ਹੀ ਲਿਆ, ਚਲੋ ਠੀਕ ਹੈ, ਕੈਪਟਨ ਸੌਫਟ ਹੈ ਬਾਦਲਾਂ ਤੇ। ਹੁਣ ਮੈਂ ਕੈਪਟਨ ਦੀ ਸੌਫਟਨੈਸ ਦੱਸ ਦਿਆਂ। ਸਭ ਤੋਂ ਪਹਿਲਾਂ ਟੋਟਲੀ ਬਾਇਸਡ ਜੱਜ ਦੇ ਥੱਲੇ ਕਮਿਸ਼ਨ ਕੈਪਟਨ ਅਮਰਿੰਦਰ ਸਿੰਘ ਨੇ ਬਣਾਇਆ। ਕੌਣ ਹੈ ਉਹ ਜੱਜ? ਰਣਜੀਤ ਸਿੰਘ, ਜਿਹੜਾ ਕੈਪਟਨ ਅਮਰਿੰਦਰ ਸਿੰਘ ਦਾ ਹਮਪਿਆਲਾ, ਸੁਖਪਾਲ ਖਹਿਰੇ ਦਾ ਭਣੋਈਆ, ਉਹਦੀ ਬੇਟੀ ਨੂੰ ਐਡਵੋਕੇਟ ਜਨਰਲ ਦੇ ਦਫ਼ਤਰ ਚ ਲਾਇਆ, ਉਹਦੇ ਤੋਂ ਪੋਲੀਟੀਕਲੀ ਮੋਟੀਵੇਟਡ ਇਨਵੈਸਟੀਗੇਸ਼ਨ ਕਰਾਈ, ਵਿਧਾਨ ਸਭਾ 'ਚ ਡਰਾਮਾ ਕਰਾਇਆ ਕੈਪਟਨ ਅਮਰਿੰਦਰ ਸਿੰਘ ਨੇ। ਸਾਰੇ ਸਿੱਟ ਦੇ ਮੈਂਬਰ ਕੇਵੀ ਦੇ ਖਿਲਾਫ ਸੀ, ਫਿਰ ਕੇਵੀ ਤੇ ਕੋਈ ਐਕਸ਼ਨ ਨਹੀਂ। ਕੁੰਵਰ ਵਿੱਚ ਸੈਂਕਸ਼ਨ ਦਿੱਤੀ ਉਹਨੂੰ ਕਿ ਤੂੰ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਅੰਮ੍ਰਿਤਸਰ ਕੋਰਟ 'ਚ ਜਦ ਕੋਰਟ ਨੇ ਸਾਰੀ ਸਾਜ਼ਿਸ਼ ਪਛਾਣੀ ਤੇ ਬਾਹਰ ਮਾਰੀ ਚਲਾ ਕੇ ਉਹਦੀ ਐਪਲੀਕੇਸ਼ਨ, ਉਹ ਇੱਕ ਵੱਖਰੀ ਗੱਲ ਹੈ। ਸਾਈਨ ਚਲਾਨ ਤੇ ਸਾਈਨ ਕਮਿਸ਼ਨ ਨੇ ਉਹਨੂੰ ਹਟਾਤਾ ਸੀ ਤੇ ਉਹਦੇ ਤੋਂ ਸਾਈਨ ਕਰਾ ਕੇ ਚਲਾਨ ਸਬਮਿਟ ਕਰਾਇਆ। ਇਲੈਕਸ਼ਨ ਵਰਡਿਕਟ ਆ ਗਿਆ। ਕੁੰਵਰ ਵਿਜੇ ਪ੍ਰਤਾਪ ਦੀ ਸਾਰੀ ਇਨਵੈਸਟੀਗੇਸ਼ਨ ਨੂੰ ਮੈਲੀਫਾਈਡ ਕਰਕੇ ਉਹਨਾਂ ਨੇ ਬਾਹਰ ਮਾਰੀ ਚਲਾ ਕੇ। ਫਿਰ ਕੁੰਵਰ ਵਿਜੇ ਪ੍ਰਤਾਪ ਦੀ ਪ੍ਰੋਟੈਕਸ਼ਨ ਹੋ ਰਹੀ ਹੈ ਤੇ ਦਿੱਲੀੋਂ ਦੇਸ਼ ਦੇ ਸਭ ਤੋਂ ਵੱਡੇ ਜਿਹੜੇ ਵਕੀਲ ਲਿਆ ਕੇ 5.5 ਕਰੋੜ ਰੁਪਈਆ, ਜਿਨ੍ਹਾਂ ਦੇ ਆਪਦੇ ਵੀ ਪੁੱਛ ਰਹੇ ਆ, ਉਹਨਾਂ ਵਕੀਲਾਂ ਨੇ ਲਿੱਤਾ। ਪਰ ਉਹ ਵਕੀਲ ਕੀ ਕਰਨ? ਵਕੀਲ ਤਾਂ ਸੀ ਬੜੇ ਵੱਡੇ, ਪਰ ਨੀਂਹ ਝੂਠ ਤੇ ਆਧਾਰਿਤ ਸੀ ਨਾ ਕੇਸ ਦੀ। ਜਿਹੜੀ ਕੇਸ ਦੀ ਨੀਂਹ ਝੂਠ ਤੇ ਆਧਾਰਿਤ ਹੋਵੇ, ਉਹਨੂੰ ਕਿੱਥੋਂ ਲੂਥਰਾ ਸਾਹਿਬ ਵਰਗੇ ਬਚਾ ਲੈਣਗੇ, ਕਿੱਥੋਂ ਹਰੀਸ਼ ਰਾਵਲ ਵਰਗੇ ਬਚਾ ਲੈਣਗੇ, ਕਿੱਥੋਂ ਚਿਦੰਬਰਮ ਬਚਾ ਲੂਗਾ ਉਹਨੂੰ? ਜਦੋਂ ਤਾਂ ਇਹੀ ਵਕੀਲ ਸਿੱਧੂ ਨੂੰ ਬਰੀ ਕਰਾ ਦੇਣ ਸੁਪਰੀਮ ਕੋਰਟ 'ਚ, ਉਦੋਂ ਤਾਂ ਬੜੇ ਤਕੜੇ ਵਕੀਲ ਹੈ। ਤੇ ਜਦੋਂ ਝੂਠ ਦੇ ਪਲੰਦੇ ਨੂੰ ਬਚਾ ਨਾ ਸਕਣ, ਉਦੋਂ ਕਹਿ ਦਿੰਦੇ ਆ ਕਿ ਇਹ ਵਕੀਲ ਮਾੜੇ ਸੀ। ਸੋ ਇੰਨਾ ਕੁਝ ਕੀਤਾ ਕੈਪਟਨ ਅਮਰਿੰਦਰ ਸਿੰਘ ਨੇ। ਟੋਟਲੀ 4 ਸਾਲਾਂ 'ਚ, 4.25 ਸਾਲਾਂ 'ਚ ਡਿਵੈਲਪਮੈਂਟ ਕੀਤੀ ਕੋਈ ਨਹੀਂ, ਵਾਅਦੇ ਕੋਈ ਪੂਰੇ ਨਹੀਂ ਕੀਤੇ। ਕੀਤਾ ਕੀ? ਕੇਵਲ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਟਾਰਗੇਟ ਕੀਤਾ। ਇਸ ਝੂਠੀ ਇਨਵੈਸਟੀਗੇਸ਼ਨ ਰਾਹੀਂ ਟੇਂਟ ਕਰਨ ਦੀ ਕੋਸ਼ਿਸ਼ ਕੀਤੀ, ਕਿਉਂਕਿ ਹੋਰ ਕੋਈ ਮੁੱਦਾ ਨਹੀਂ ਹੈ ਲੋਕਾਂ ਕੋਲ ਜਾਣ ਨੂੰ। 6 ਮਹੀਨੇ ਰਹਿ ਗਏ। ਲੋਕਾਂ ਦੀਆਂ ਭਾਵਨਾਵਾਂ ਭਟਕਾ ਕੇ ਇਸ ਮੁੱਦੇ ਤੇ ਫੇਰ ਸਿਆਸਤ ਕਰਨੀ ਚਾਹੁੰਦੇ। ਇਹ ਸੌਫਟਨੈਸ ਹੈ? ਸੌਫਟ ਹੈ ਉਹ ਆਮ ਆਦਮੀ ਪਾਰਟੀ ਤੇ, ਜਿਹਦੇ ਵਿਧਾਇਕਾਂ ਦੇ 4 ਧੜੇ ਹੋ ਗਏ ਆ ਤੇ ਫਿਰ ਲੀਡਰ ਆਫ ਆਪੋਜੀਸ਼ਨ ਹਰਪਾਲ ਚੀਮੇ ਨੂੰ ਬਣਾਈ ਬੈਠਾ, ਕਿਉਂਕਿ ਉਹ ਸਵਾਲ ਨਹੀਂ ਪੁੱਛਦਾ, ਕੁਐਸਚਨ ਨਹੀਂ ਕਰਦਾ।
ਜੇ ਉੱਥੇ ਵਿਧਾਨ ਸਭਾ 'ਚ ਲੜਾਈ ਲੋਕਾਂ ਦੀ ਲੜਦੇ ਆ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਨਕਾਰ ਲੜਦੇ ਆ। ਇਹ ਸੌਫਟਨੈਸ ਦੀ ਗੱਲ ਕਰਦੇ ਆ, ਤੁਹਾਡੇ ਸਾਹਮਣੇ ਰੱਖਤਾ ਮੈਂ ਸੌਫਟਨੈਸ ਦਾ ਪਲੰਦਾ ਤਾਂ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ ਸਿਰਫ ਪੰਜਾਬ ਵਾਇਰ ਨਿਊਜ਼ ਦੇ ਨਾਲ।